It's your body, Holy Baba. मैं गवर्नमेंट स्कूल पढ़ती हाँ। India has one of the most biggest and largest education systems in the world, and it has about 1.4 million schools. ਤੇ ਬੇਸਿਕਲੀ ਪ੍ਰਾਈਵੇਟ ਸਕੂਲਸ 'ਚ ਕੀ ਹੁੰਦਾ ਆ ਕਿ ਜਿਹੜੇ ਬੱਚੇ ਹੁੰਦੇ ਆ ਉਹਨਾਂ ਨੂੰ ਮਨਾ ਕਰ ਦਿੱਤਾ ਜਾਂਦਾ ਹੈ ਕਿ ਨਾ ਤੁਸੀਂ ਹਿੰਦੀ ਪ੍ਰੈਫਰ ਕਰਨੀ ਹੈ ਨਾ ਤੁਸੀਂ ਪੰਜਾਬੀ ਪ੍ਰੈਫਰ ਕਰਨੀ ਹੈ। My school has provided me access to a more vibrant, up-to-date vernacular language and education, which was really never been the part of my life before. ਤੁਹਾਡੇ ਫਾਦਰ ਸਾਹਿਬ ਨੇ ਉਹ ਵੀ ਬੇਰੁਜ਼ਗਾਰ ਘਰ ਬੈਠੇ ਨੇ, ਠੀਕ ਹੈ, ਔਰ ਬ੍ਰਦਰ ਤੁਹਾਡੇ ਚਲੋ ਸਟੱਡੀ ਕਰ ਰਹੇ ਆ, ਅਤੇ ਤੁਹਾਡੇ ਜਿਹੜੇ ਦਾਦਾ ਜੀ ਨੇ ਉਹ ਵੀ ਘਰ 'ਚ ਹੀ ਹੁੰਦੇ ਆ, ਅਤੇ ਫਿਰ ਗੁਜ਼ਾਰਾ ਕਿਸ ਤਰ੍ਹਾਂ ਚੱਲਦਾ। ਬੋਲੀ ਹੋਲੀ ਬਾਬਾ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਬਲਖੁਰ ਦੇ ਵਿੱਚ, ਔਰ ਇੱਕ ਤੁਹਾਨੂੰ ਇਸ ਬਾਰੇ ਅਸੀਂ ਜਾਣਕਾਰੀ ਦੇ ਦਈਏ ਕਿ ਇਸ ਪਿੰਡ ਦੀ ਇੱਕ ਬੱਚੀ ਹੈ ਜੀ ਜਿਹਦਾ ਨਾਮ ਸਮਰੀਨ ਹੈ, ਔਰ ਇਹ ਇੱਕ ਸਰਕਾਰੀ ਸਕੂਲ ਦੇ ਵਿੱਚ ਜਿਹੜੀ ਹੈਗੀ ਆ ਪੜ੍ਹਦੀ ਹੈ, ਔਰ ਇਸ ਦੀ ਅੰਗਰੇਜ਼ੀ ਬੋਲਣ ਦੀ ਜਿਹੜੀ ਚਰਚਾ ਹੈਗੀ ਆ ਉਹ ਸੋਸ਼ਲ ਮੀਡੀਆ 'ਤੇ ਵੀ ਔਰ ਆਸ-ਪਾਸ ਦੇ ਪਿੰਡਾਂ ਦੇ ਵਿੱਚ ਵੀ ਇਸ ਨੂੰ ਇੱਕ ਚੰਗੇ ਤੌਰ 'ਤੇ ਜਿਹੜਾ ਹੈਗਾ ਇਸ ਲੜਕੀ ਨੂੰ ਜਾਣਿਆ ਜਾਂਦਾ। ਸਮਰੀਨ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ। ਸਮਰੀਨ, ਸਭ ਤੋਂ ਪਹਿਲੇ ਤਾਂ ਆਪਣੇ ਬਾਰੇ ਔਰ ਤੁਸੀਂ ਕਿੱਥੇ ਪੜ੍ਹਦੇ ਜੇ ਉਸ ਬਾਰੇ ਦੱਸੋ। ਸਰ ਮੈਂ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਬਾਲਕਲਾ ਪੜ੍ਹਦੀ ਹਾਂ ਐਂਡ ਮੈਂ 10th ਕਲਾਸ ਵਿੱਚ ਹਾਂ, ਇਸ ਸਾਲ ਐਡਮਿਸ਼ਨ ਲਈ ਆ। ਐਂਡ ਮੇਰੀ ਫੈਮਿਲੀ ਦੇ ਵਿੱਚ ਮੇਰੇ ਡੈਡ ਅਤੇ ਗ੍ਰੈਂਡ ਡੈਡ, ਇੱਕ ਯੰਗਰ ਬ੍ਰਦਰ ਅਤੇ ਇੱਕ ਐਲਡਰ ਬ੍ਰਦਰ ਆ। ਔਰ ਇੱਕ ਚੀਜ਼ ਦੱਸੋ ਕਿ ਤੁਹਾਡੇ ਮਦਰ ਨਹੀਂ ਹੈਗੇ, ਜਿਸ ਤਰ੍ਹਾਂ ਤੁਸੀਂ ਦੱਸਿਆ ਸੀ ਕਿ ਘਰ ਦੇ ਵਿੱਚ ਇੱਕ ਬੰਨੇ ਤੁਸੀਂ ਘਰ ਦਾ ਕੰਮ ਕਰਨਾ, ਦੂਸਰੇ ਬੰਨੇ ਆਪਣੀ ਸਟੱਡੀ ਕਰਨਾ, ਮਤਲਬ ਕਿੰਨਾ ਕੁ ਸਟਰਗਲ ਤੁਹਾਨੂੰ ਇਸ ਚੀਜ਼ ਨੂੰ ਲੈ ਕੇ ਕਰਨਾ ਪੈਂਦਾ ਹੈ। ਸਰ ਵੈਸੇ ਮੇਰੇ ਅਕੋਰਡਿੰਗ ਤਾਂ ਮੈਨੂੰ ਇੰਨਾ ਸਟਰਗਲ ਨਹੀਂ ਕਰਨਾ ਪੈਂਦਾ, ਬਟ ਫਿਰ ਵੀ ਜੇ ਆਪਾਂ ਇੱਕ ਤੌਰ 'ਤੇ ਇਹਨੂੰ ਦੇਖਿਆ ਜਾਵੇ ਤਾਂ ਇੱਕ ਬਹੁਤ ਵੱਡਾ ਸਟਰਗਲ ਹੈ, ਬਿਕਾਜ਼ ਇੱਕ ਪੁਆਇੰਟ 'ਤੇ ਆਪਣੇ ਇੱਕ ਹੈਂਡ ਨਾਲ ਦੋ ਕੰਮ ਕਰਨਾ ਇਜ਼ ਟੂ ਟਫ ਐਂਡ ਬਹੁਤ ਡੌਂਟਿੰਗ ਹੁੰਦਾ ਸੀ ਪਹਿਲਾਂ, ਬਟ ਹੁਣ ਇੱਦਾਂ ਬਹੁਤ ਹੀ ਟੈਮਿਡ ਜਿਹਾ ਲੱਗਦਾ ਹੈ। ਬਿਕਾਜ਼ ਉਦੋਂ ਜਦੋਂ ਮੈਂ ਛੋਟੀ ਸੀ ਤਾਂ ਮੈਨੂੰ ਇੱਦਾਂ ਨਹੀਂ ਹੀ ਲੱਗਦਾ ਹੁੰਦਾ ਸੀ ਕਿ ਮੇਰਾ ਇੰਨਾ ਕੰਮ ਟਫ ਆ ਕਿ ਮੈਂ ਸਕੂਲ ਸਟੱਡੀਜ਼ ਵੀ ਕਰਾਂ, ਘਰ ਦਾ ਵੀ ਕੰਮ ਕਰਾਂ। ਐਂਡ ਉਦੋਂ ਮੇਰੇ ਮੰਮਾ ਨੂੰ ਐਕਸਪਾਇਰ ਹੋਏ 10 ਈਅਰਸ ਹੋ ਗਏ ਹੋਇਆ, ਐਂਡ ਉਦੋਂ ਮੈਂ ਬਹੁਤ ਛੋਟੀ ਸੀ, ਬਟ ਮੈਨੂੰ ਇੰਨਾ ਫੀਲ ਨਹੀਂ ਹੋਇਆ ਕਦੇ ਵੀ, ਬਿਕਾਜ਼ ਮੇਰੇ ਜਿਹੜੇ ਪੈਰੈਂਟਸ ਆ ਉਹੀ ਸਟਾਰਟਿੰਗ ਤੋਂ ਕਰਦੇ ਰਹੇ। ਮੈਨੂੰ ਕਦੀ ਇਹ ਨਹੀਂ ਕਿਹਾ ਕਿ ਤੂੰ ਗਰਲ ਆਂ ਅਤੇ ਤੈਨੂੰ ਚਾਹੀਦਾ ਕਿ ਤੂੰ ਹੀ ਕਰ। ਅਤੇ ਮੇਰਾ ਬ੍ਰਦਰ ਆ, ਜਦੋਂ ਤੱਕ ਮੈਂ ਰੋਟੀ ਬਣਾਉਣੀ ਸ਼ੁਰੂ ਕੀਤੀ ਹੈ ਮੈਂ 6th ਦੇ ਵਿੱਚ, ਅਤੇ ਉਦੋਂ ਤੱਕ ਜਦੋਂ ਮੇਰੇ ਮੰਮਾ ਐਕਸਪਾਇਰ ਹੋਏ ਤਾਂ ਮੈਂ ਫਸਟ 'ਚ ਹੀ, ਮਤਲਬ 5-6 ਈਅਰਸ ਬਾਅਦ ਮੈਂ ਸਟਾਰਟ ਕੀਤੀ, ਅਤੇ ਮੈਨੂੰ ਕਦੀ ਇੱਦਾਂ ਦਾ ਫੀਲ ਨਹੀਂ ਹੋਇਆ। ਬਿਕਾਜ਼ ਹੁਣ ਰਿਸਪੋਂਸੀਬਿਲਿਟੀਜ਼ ਨੂੰ ਆਪਣੇ ਸਿਰ 'ਤੇ ਰੱਖਣਾ, ਫਿਰ ਉਹਨਾਂ ਦੇ ਉੱਪਰ ਇੱਦਾਂ ਵਰਕਆਊਟ ਕਰਨਾ ਈਜ਼ੀ ਨਹੀਂ ਹੁੰਦਾ। ਨਾਲੇ ਜਦੋਂ ਬੰਦੇ ਨੂੰ ਆਦਤ ਪੈ ਜਾਂਦੀ ਹੈ ਫਿਰ ਤਾਂ ਕਰਨਾ ਹੀ ਪੈਂਦਾ। ਬਿਕਾਜ਼ ਇੱਦਾਂ ਹੁਣ ਆਪਾਂ ਐਗਜ਼ਾਮਪਲ ਲੈ ਲਈਏ ਲੇਬਰਸ ਆ, ਜਿੱਦਾਂ ਹੁਣ ਅਸੀਂ ਕੰਮ ਕਰਨ ਲੱਗਦੇ ਨੇ, ਮੇਰੇ ਪਾਪਾ ਕਹਿਣਗੇ ਨਾ ਕੰਮ ਕਰੀਏ, ਅਤੇ ਮੇਰਾ ਬ੍ਰਦਰ ਕਹੂਗਾ ਨਹੀਂ ਧੁੱਪ ਬੜੀ ਮੈਂ ਨਹੀਂ ਕਰਨਾ, ਮੇਰੇ ਕੋਲ ਨਹੀਂ ਹੋਣਾ। ਅਤੇ ਮੇਰੇ ਪਾਪਾ ਕਹਿ ਦਿੰਦੇ ਕਿ ਜਿਹੜੇ ਦਿਹਾੜੀਆਂ ਲਾਉਂਦੇ ਆ ਉਹ ਵੀ ਤਾਂ ਧੁੱਪੇ ਲਾਉਂਦੇ ਆ। ਅਤੇ ਉਹ ਕੀ ਹੁੰਦਾ ਕਿ ਉਹਨਾਂ ਨੂੰ ਹੁਣ ਆਦਤ ਪੈ ਗਈ, ਬਿਕਾਜ਼ ਦੇ ਨੋ ਕਿ ਉਹਨਾਂ ਦਾ ਜਿਹੜਾ ਵਰਕ ਆ ਉਹਨਾਂ ਨੂੰ ਕਰਨਾ ਹੀ ਪੈਣਾ ਵਾ। ਉਹ ਫਿਰ ਉਸ ਗੱਲ ਨੂੰ ਜਿਹੜਾ ਡੌਂਟਿੰਗ ਨਹੀਂ ਸਮਝਦੇ, ਬਹੁਤ ਹੀ ਟੈਮਿਡਲੀ ਲੈ ਜਾਂਦੇ ਆ, ਉਸ ਟੈਮਿਡ ਵਿੱਚ ਲੈ ਕੇ ਜਾਂਦੇ। ਇਸ ਕਰਕੇ ਸਿਮਿਲਰਲੀ ਜੇ ਆਪਾਂ ਵੀ ਕਿਸੇ ਚੀਜ਼ ਨੂੰ ਟੈਮਿਡਲੀ ਜਾਂ ਰਿਸਪੋਂਸੀਬਿਲਿਟੀ ਦੀ ਫਾਰਮ ਵਿੱਚ ਲੈ ਕੇ ਜਾਵਾਂਗੇ ਤਾਂ ਓਬਵੀਅਸਲੀ ਵੀ ਵਿਲ ਬੀ ਥ੍ਰੀਵਿੰਗ ਵਨ। ਇਹਦੇ ਨਾਲ ਹੀ ਅਸੀਂ ਗੱਲ ਕਰਦੇ ਹਾਂ ਕਿ ਬੇਟਾ ਤੁਸੀਂ ਸਰਕਾਰੀ ਸਕੂਲ ਦੇ ਵਿੱਚ ਪੜ੍ਹਦੇ ਜੇ, ਲੇਕਿਨ ਤੁਸੀਂ ਖਾਸ ਕਰਕੇ ਅੰਗਰੇਜ਼ੀ ਬੋਲਣ ਦੀ ਜਿਹੜੀ ਪ੍ਰੈਜੈਂਟੇਸ਼ਨ ਜਿਹੜੀ ਹੈਗੀ ਤੁਸੀਂ ਲੋਕਾਂ ਨੂੰ ਦਿੰਦੇ ਜੇ ਜਾਂ ਲੋਕਾਂ ਨੇ ਤੁਹਾਡੇ ਬਾਰੇ ਸੁਣਿਆ ਵਾ, ਉਹ ਕੀ ਹੈ? ਸਰ ਵੈਸੇ ਆਪਾਂ ਜੇ ਨਾਰਮਲੀ ਗੱਲ ਕਰੀਏ ਤਾਂ ਇੰਡੀਆ ਹੈਜ਼ ਵਨ ਆਫ ਦ ਮੋਸਟ ਬਿਗੇਸਟ ਐਂਡ ਲਾਰਜੈਸਟ ਐਜੂਕੇਸ਼ਨ ਸਿਸਟਮ ਇਨ ਦ ਵਰਲਡ, ਐਂਡ ਇਟ ਹੈਜ਼ ਅਬਾਊਟ 1.4 ਮਿਲੀਅਨ ਸਕੂਲਸ ਐਂਡ ਅਬਾਊਟ 36,000 million institutions and about 227 millions of students, and it is very daunting to give them education, but ਜਿਹੜੀ ਐਜੂਕੇਸ਼ਨ ਸੀ ਉਹ ਕਾਫੀ ਵਧੀਆ ਤਰੀਕੇ ਨਾਲ ਦਿੱਤੀ ਜਾ ਰਹੀ ਹੈ, ਬਿਕਾਜ਼ ਪ੍ਰੋਗਰੈਸਿੰਗ ਵੀ ਹੁੰਦੀ ਹੈ, ਐਂਡ ਇਹਦੀ ਐਜੂਕੇਸ਼ਨ ਦੀ ਜਿਹੜੀ ਪ੍ਰੋਗਰੈਸ ਸੀ
ਉਹ ਤਾਂ ਇੰਡੀਪੈਂਡੈਂਸ ਜੀ ਸਟਾਰਟ ਹੋਈ ਸੀ 1947 ਵਿੱਚ, ਬਟ ਜਿਹੜਾ ਹੁਣ ਅਸੀਂ ਕਰਦੇ ਪਏ ਹਾਂ ਉਹ ਬੇਸਿਕਲੀ ਕੀ ਹੈ ਕਿ ਜਿਹੜੀਆਂ ਟੈਰੀਬਲ ਸੁਸਾਇਟੀਜ਼ ਐਂਡ ਫੈਸਿਲਿਟੀਜ਼ ਹੁੰਦੀਆਂ, ਉਹ ਇੱਕ ਜਿਹੜੀਆਂ ਸਟੂਡੈਂਟ ਹੁੰਦੀਆਂ ਉਹ ਫੋਰਸ ਕਰਦੀਆਂ ਕਿ ਯੂ ਸ਼ੁੱਡ ਗੋ ਇਨ ਦ ਪ੍ਰਾਈਵੇਟ ਸਕੂਲਸ ਬਿਕਾਜ਼ they provide you a lot and vibrant education, but I don't think that, because my school has provided me access to a more vibrant and up to date vernacular language which was really never been the part of my life before. ਉਹ ਡਿਪੈਂਡ ਕਰਦਾ ਇੱਕ ਬੱਚੇ ਦੇ ਖੁਦ ਤੇ ਕਿ ਉਹ ਕਿੱਦਾਂ ਉਸ ਡੀਲ ਨੂੰ ਕਰਦਾ ਹੈ, ਕਿਉਂਕਿ ਜਿਹੜਾ ਪ੍ਰਾਈਵੇਟ ਸਕੂਲ ਹੁੰਦਾ ਉਹਦੇ ਵਿੱਚ ਬਸ ਫਰਕ ਸਿਰਫ ਹੁੰਦਾ ਹੈ ਐਂਬੀਐਂਸ ਦਾ, ਕੋਈ ਸਟੱਡੀਜ਼ ਦਾ ਫਰਕ ਨਹੀਂ ਹੈਗਾ। ਮੈਂ ਗਵਰਨਮੈਂਟ ਸਕੂਲ ਪੜ੍ਹਦੀ ਹਾਂ ਐਂਡ ਮੈਂ ਐਜੂਕੇਸ਼ਨ ਇੰਗਲਿਸ਼ ਮੀਡੀਅਮ ਵਿੱਚ ਪੜ੍ਹਦੀ ਪਈ ਹਾਂ, ਤਾਂ ਸਿਮਿਲਰਲੀ ਹੈਗਾ ਤਾਂ ਉੱਥੇ ਵੀ ਇੰਗਲਿਸ਼ ਮੀਡੀਅਮ ਹੀ ਆ, ਬਸ ਇਹਦੇ ਵਿੱਚ ਡਿਫਰੈਂਸ ਇਹ ਹੈ ਕਿ ਐਂਬੀਐਂਸ ਦਾ ਫਰਕ ਆ। ਅਤੇ ਜੇ ਤੁਸੀਂ ਖੁਦ ਨੂੰ ਸਮਝਾ ਸਕਦੇ ਹੋ ਫਿਰ ਐਂਬੀਐਂਸ ਵੀ ਕੋਈ ਫਾਇਦਾ ਨਹੀਂ ਰੱਖਦੀ ਕਿ ਤੁਸੀਂ ਐਂਬੀਐਂਸ ਦੇ ਅਕੋਰਡਿੰਗਲੀ ਆਪਣਾ ਜੀਣਾ ਚਾਹੁੰਦੇ, ਬਿਕਾਜ਼ ਜਿੱਦਾਂ ਦੀ ਤੁਸੀਂ ਐਂਬੀਐਂਸ ਚਾਹੁੰਦੇ ਹੋ ਉੱਦਾਂ ਦੀ ਐਂਬੀਐਂਸ ਕਦੇ ਨਹੀਂ ਮਿਲਦੀ, ਕਿਉਂਕਿ ਅਸੀਂ ਆਪਣੇ ਅਕੋਰਡਿੰਗ ਚੱਲ ਸਕਦੇ ਹਾਂ ਪਰ ਕੋਈ ਆਪਣੇ ਅਕੋਰਡਿੰਗ ਨਹੀਂ ਚੱਲ ਸਕਦਾ। ਫਰਾਟੇਦਾਰ ਅੰਗਰੇਜ਼ੀ ਬੋਲਣਾ ਕਹਿੰਦੇ ਕਿ ਬੜਾ ਔਖਾ ਹੁੰਦਾ ਹੈ ਕਿ ਇਹਦੇ ਵਿੱਚ, ਕਿਉਂਕਿ ਤੁਹਾਡੇ ਫੈਮਿਲੀ ਦੇ ਵਿੱਚ ਵੀ ਕੋਈ ਇੰਨਾ ਪੜ੍ਹਿਆ ਲਿਖਿਆ ਨਹੀਂ ਹੈਗਾ, ਕਦੀ ਫੀਲ ਨਹੀਂ ਹੁੰਦਾ ਕਿ ਤੁਸੀਂ ਨੋਰਮਲੀ ਘਰ ਦੇ ਵਿੱਚ ਹੋ ਤੇ ਫਾਦਰ ਨਾਲ, ਬ੍ਰਦਰ ਨਾਲ, ਤੁਹਾਡੇ ਗ੍ਰੈਂਡ ਫਾਦਰ ਵੀ ਹੈਗੇ ਆ, ਕਦੀ ਉਹਨਾਂ ਨਾਲ ਵੀ ਅੰਗਰੇਜ਼ੀ ਬੋਲ ਦਿੱਤੀ ਹੋਵੇ ਤਾਂ ਉਹਨਾਂ ਨੂੰ ਸਮਝ ਨਾ ਲੱਗੀ ਹੋਵੇ? ਮੈਨੂੰ ਸਕੂਲ ਦੇ ਵਿੱਚ ਬਹੁਤ ਸਾਰੇ ਬੱਚੇ ਕਹਿ ਦਿੰਦੇ ਹੁੰਦੇ ਸੀ ਪੜ੍ਹ ਵੀ ਲਿਆ ਕਰ ਕਦੀ। ਮੈਨੂੰ ਇਹ ਵਰਡ ਬਹੁਤ ਜ਼ਿਆਦਾ ਯੂਜ਼ ਕੀਤਾ ਜਾਂਦਾ ਸੀ ਕਿ ਸਮਰੀਨ ਪੜ੍ਹ ਵੀ ਲਿਆ ਕਰ ਕਦੀ, ਸਮਰੀਨ ਕਲਾਸਿਸ ਵੀ ਲਾ ਲਿਆ ਕਰ ਕਦੀ। ਬਟ ਮੇਰੇ ਫਾਦਰ ਨੇ ਮੈਨੂੰ ਕਦੀ, ਮੇਰੇ ਫਾਦਰ ਨੂੰ ਵੀ ਬਹੁਤ ਜ਼ਿਆਦਾ ਬੱਚੇ ਨੇ ਕਿਹਾ ਸੀ ਕਿ ਤੁਹਾਡੀ ਬੱਚੀ ਕਲਾਸਿਸ ਨਹੀਂ ਲਾਉਂਦੀ ਆ, ਤੁਹਾਡੀ ਬੱਚੀ ਪੜ੍ਹਦੀ ਨਹੀਂ ਹੈ, ਜ਼ਿਆਦਾਤਰ ਸਰ ਦੀ ਲੈਬ 'ਚ ਰਹਿੰਦੀ ਆ। ਐਂਡ ਮੇਰੇ ਫਾਦਰ ਨੇ ਮੈਨੂੰ ਕਦੇ ਮਨਾ ਨਹੀਂ ਕੀਤਾ ਕਿ ਬੱਚੇ ਤੂੰ ਇੱਦਾਂ ਉਹ ਕਰਦੀ ਪਈ ਹੈ। ਮੇਰੇ ਫਾਦਰ ਹਮੇਸ਼ਾ ਹੀ ਕਹਿੰਦੇ ਸੀ ਕਿ ਜੇ ਤੂੰ ਉਹ ਕਰਦੀ ਪਈ ਤਾਂ ਤੈਨੂੰ ਸਟੱਡੀ ਵੀ ਪੂਰੀ ਕਰਨੀ ਪੈਣੀ ਆ। ਹਾਲੇ ਵੀ ਮੇਰੇ ਫਾਦਰ ਕਹਿੰਦੇ ਕਿ ਜੇ ਤੂੰ ਆਪਣਾ ਨੰਬਰ 1 ਦੇਣ ਦੀ ਆ ਨਾ ਐਕਟੀਵਿਟੀਜ਼ 'ਚ, ਤਾਂ ਮੈਨੂੰ ਨੰਬਰ 1 ਸਟੱਡੀਜ਼ 'ਚ ਵੀ ਚਾਹੀਦਾ ਹੈ। ਅਤੇ ਉਹ ਹੁੰਦਾ ਡਿਪੈਂਡ ਕਰਦਾ ਕਿ ਆਪਣੇ ਸਾਨੂੰ ਸਪੋਰਟ ਕਰਨ, ਕੋਈ ਫਰਕ ਨਹੀਂ ਪੈਂਦਾ ਕਿ ਤੁਹਾਨੂੰ ਬਾਹਰ ਵਾਲੇ ਕੀ ਕਹਿਣ। ਨਾਲੇ ਮੈਂ ਸਿੱਧੀ ਬਸ ਇਹੀ ਕਹਾਂ ਕਿ ਜੋ ਵੀ ਆ ਆਪਣੇ ਫਾਦਰ ਲਈ ਆ, ਬਿਕਾਜ਼ ਜੇ ਉਹ ਨਾ ਹੁੰਦੇ ਤਾਂ ਸ਼ਾਇਦ ਮੈਂ ਇੱਥੇ ਨਹੀਂ ਹੁੰਦੀ। ਅਤੇ ਉਹਨਾਂ ਨੇ ਜਦੋਂ ਨਿੱਕੇ ਹੁੰਦਿਆਂ ਤੋਂ ਪਾਲਿਆ ਐਂਡ ਬਹੁਤ ਜ਼ਿਆਦਾ ਟਫ ਹੁੰਦਾ, ਬਹੁਤ ਜ਼ਿਆਦਾ ਡਾਂਟਿੰਗ ਹੁੰਦਾ ਹੈ ਇੱਕ ਬੇਬੀ ਨੂੰ ਪਾਲਣਾ, ਫਿਰ ਉਹਦੀ ਇੰਨੀ ਕੇਅਰ ਕਰਨਾ। ਐਂਡ ਮੈਨੂੰ ਇੰਨੇ ਵੱਡੇ ਸਕੂਲ 'ਚ ਇੰਨੀ ਐਜੂਕੇਸ਼ਨ ਜਿਹੜੀ ਆ ਉਹ ਵੀ ਉਹਦੇ ਆ ਕਿ ਬਿਕਾਜ਼ ਉਹ ਵੀ ਤਾਂ ਕਹਿ ਸਕਦੇ ਸੀ ਕਿ ਨਹੀਂ ਬੱਚੇ ਤੂੰ ਘਰ ਬਹਿ ਕੇ ਕੰਮ ਕਰਿਆ ਕਰ, ਬਿਕਾਜ਼ ਸਾਡੇ ਘਰ 'ਚ ਕੋਈ ਲੇਡੀ ਨਹੀਂ ਹੈਗੀ ਅਤੇ ਤੈਨੂੰ ਚਾਹੀਦਾ ਕਿ ਤੂੰ ਘਰ ਰਹਿ ਕੇ ਕੰਮ ਕਰਿਆ ਕਰ। ਅਤੇ ਉਹਨਾਂ ਨੇ ਮੈਨੂੰ ਕਦੇ ਨਹੀਂ ਕਿਹਾ, ਜਸਟ ਉਹ ਕੰਮ ਕਰਦੇ ਰਹੇ ਸਵੇਰੇ ਮਾਰਨਿੰਗ ਦੇ ਵਿੱਚ ਉੱਠ ਕੇ ਅਤੇ ਅਸੀਂ ਸਕੂਲ ਜਾਂਦੇ ਰਹੇ। ਇੱਦਾਂ ਬਹੁਤ ਹੀ ਡਾਂਟਿੰਗ ਜਿਹਾ ਲੱਗਦਾ ਸੀ, ਬਟ ਹੁਣ ਬਹੁਤ ਚੰਗਾ ਲੱਗਦਾ ਬਿਕਾਜ਼ ਮੇਰੇ ਜਿਹੜੇ ਫਾਦਰ ਆ ਉਹਨਾਂ ਨੂੰ ਬਹੁਤ, ਮੈਂ ਬਸ ਇਹੀ ਚਾਹੁੰਦੀ ਹਾਂ ਕਿ ਮੈਂ ਉਹਨਾਂ ਨੂੰ ਥੋੜ੍ਹਾ ਜਿਹਾ ਫੀਲ ਕਰਾ ਸਕਾਂ ਕਿ ਉਹ ਮੇਰੇ 'ਤੇ ਪ੍ਰਾਊਡ ਕਰਨ ਕਿ ਮੈਂ ਉਹਨਾਂ ਨੂੰ ਮਿਲੀ ਆ। ਐਂਡ ਵੈਸੇ ਬੇਸਿਕਲੀ ਪ੍ਰਾਊਡ ਤਾਂ ਮੈਨੂੰ ਕਰਨਾ ਚਾਹੀਦਾ ਕਿ ਮੇਰੇ ਫਾਦਰ ਸਾਹਿਬ ਇੱਦਾਂ ਦੇ ਆ ਐਂਡ ਬਹੁਤ ਵਧੀਆ ਲੱਗਦਾ ਉਹਨਾਂ ਦੇ। ਅਤੇ ਬਸ ਇੰਨਾ ਹੀ ਆ ਕਿ ਜਿਹੜੇ ਐਕਟੀਵਿਟੀਜ਼ ਦਾ ਹੁੰਦਾ ਆ ਉਹ ਬਹੁਤ ਵਧੀਆ ਲੱਗਦਾ। ਲਾਸਟ ਟਾਈਮ ਮੇਰੇ ਸਕੂਲ ਉਹ BA ਦੇ ਟੀਚਰਸ ਆਉਂਦੇ ਹੁੰਦੇ ਸੀ, ਗਰਲਸ ਵਗੈਰਾ, ਅਤੇ ਉਹ ਆਏ ਹੋਏ ਸੀ ਅਤੇ ਉਹਨਾਂ ਨੇ ਮੇਰੇ ਕੋਲ ਇੱਕ ਵਾਰ ਇੱਕ ਕੁਐਸਚਨ ਪੁੱਛਿਆ ਸੀ ਕਿ ਸਮਰੀਨ ਤੁਹਾਡਾ ਏਮ ਕੀ ਆ। ਅਤੇ ਜਦੋਂ ਮੈਂ ਉਹਨਾਂ ਨੂੰ ਆਪਣਾ ਏਮ ਦੱਸਿਆ ਸੀ ਨਾ, ਅਤੇ ਉਹਨਾਂ ਨੇ ਮੈਨੂੰ ਕਿਹਾ ਸੀ ਅਤੇ ਨਾਟਕਾਂ ਦਾ ਕੀ ਕਰੋਗੇ? ਅਤੇ ਮੈਂ ਕਿਹਾ ਮੈਮ ਨਾਟਕਾਂ ਦਾ ਵੀ ਸੋਚਾਂਗੇ। ਅਤੇ ਉਹਨਾਂ ਨੇ ਮੈਨੂੰ ਇੱਕ ਗੱਲ ਕਹੀ ਸੀ, ਕਹਿੰਦੇ ਬੱਚੇ ਵਰਲਡ 'ਚ ਕਮਲ ਮੈਮ ਸੀ ਉਹਨਾਂ ਦਾ ਨੇਮ, ਅਤੇ ਉਹ ਮੈਨੂੰ ਕਹਿੰਦੇ ਨਹੀਂ ਬੱਚੇ ਵਰਲਡ ਦੇ ਵਿੱਚ ਬਹੁਤ ਕੁਝ ਹੁੰਦਾ, ਦੁਨੀਆ ਬਹੁਤ ਕੁਝ ਕਹਿੰਦੀ ਹੈ, ਮੂੰਹ ਬੋਲਣ ਲਈ ਹੁੰਦੇ ਆ, ਅਤੇ ਇਸ ਕਰਕੇ ਕਦੀ ਕਿਸੇ ਦੀ ਫਿਕਰ ਨਹੀਂ ਕਰੀਦੀ ਕਿ ਕੋਈ ਕੀ ਬੋਲਦਾ। ਉਹਨਾਂ ਨੇ ਮੈਨੂੰ ਇੱਕ ਗੱਲ ਕਹੀ ਸੀ ਕਿ ਕਦੀ ਨਾਟਕ ਨਾ ਛੱਡਿਓ, ਬਹੁਤ ਕੌਨਫੀਡੈਂਸ ਵੱਧਦਾ। ਐਂਡ ਬੇਸਿਕਲੀ ਜਿਹੜੇ ਅੱਜ ਕੱਲ੍ਹ ਆਪਾਂ ਪ੍ਰੈਫਰੈਂਸ ਦਿੰਦੇ ਹਾਂ ਪ੍ਰਾਈਵੇਟ ਸਕੂਲਸ ਨੂੰ, ਉਹ ਜ਼ਿਆਦਾ ਪ੍ਰੈਫਰੈਂਸ ਦੇਣੀ ਚਾਹੀਦੀ ਹੈ, ਨੋ ਪ੍ਰੋਬਲਮ, ਬਟ ਡਿਫਰੈਂਸ ਕੋਈ ਨਹੀਂ ਹੈਗਾ। ਮੈਂ ਵੀ ਇੱਥੇ ਆਣ ਕੇ ਮੈਂ ਵੀ ਖੁਦ ਗਵਰਨਮੈਂਟ ਸਕੂਲ 'ਚ ਪੜ੍ਹਦੀ ਹਾਂ ਐਂਡ ਮੇਰਾ ਪ੍ਰਾਈਵੇਟ ਸਕੂਲ 'ਚ ਇੱਕ ਗੱਲ ਹੁੰਦੀ, ਜਿੰਨਾ ਤੁਹਾਨੂੰ ਮੈਟਰ ਕਿਹਾ ਗਿਆ ਓਨਾ ਹੀ ਤੁਸੀਂ ਸਟੇਜ 'ਤੇ ਬੋਲਣਾ ਹੈ। ਜੇ ਤੁਸੀਂ ਉਸ ਤੋਂ ਵੱਧ ਬੋਲੋਗੇ ਤਾਂ ਓਬਜੈਕਸ਼ਨ ਕਰ ਦਿੰਦੇ ਹੁੰਦੇ ਆ। ਜਿੰਨਾ ਤੁਹਾਨੂੰ ਕਿਹਾ ਗਿਆ ਤੁਹਾਨੂੰ ਪਹਿਲਾਂ ਹੀ ਰੈਡੀ ਕਰਵਾ ਦਿੱਤਾ ਜਾਂਦਾ ਕਿ ਆਹ ਲਓ ਪੇਜ, ਇੰਨਾ ਟੌਪਿਕ ਹੈ, ਤੁਸੀਂ ਇੰਨਾ ਹੀ ਬੋਲਣਾ ਸਟੇਜ 'ਤੇ। ਕਿਉਂਕਿ ਮੈਂ ਖੁਦ ਵੀ ਪ੍ਰਾਈਵੇਟ ਪੜ੍ਹੀ ਹੋਈ ਹਾਂ, ਉਹਨਾਂ ਨੇ ਕਹਿਣਾ ਬਸ ਇੰਨਾ ਕਿਹਾ ਤੁਸੀਂ ਬੋਲੋ। ਅਤੇ ਜਦੋਂ ਗਵਰਨਮੈਂਟ ਆਓਗੇ ਨਾ, ਮੈਂ ਜਿੱਦਾਂ ਗਵਰਨਮੈਂਟ ਸਕੂਲ 'ਚ ਆਈ ਸੀ ਅਤੇ ਮੈਨੂੰ ਰਾਜਕੁਮਾਰ ਸਰ ਨੇ ਫਸਟ ਟਾਈਮ, ਮੇਰੀ ਫਸਟ ਪਰਫੋਰਮੈਂਸ ਸੀ 1 ਮਈ ਨੂੰ 2019, ਅਤੇ ਉਦੋਂ ਮੈਨੂੰ ਰਾਜਕੁਮਾਰ ਸਰ ਨੇ ਕਿਹਾ ਸੀ ਕਿ ਜਾਓ ਬੱਚੇ ਪਰਫੋਰਮ ਕਰੋ। ਅਤੇ ਜਦੋਂ ਮੈਂ ਪਰਫੋਰਮ ਕਰਨ ਲੱਗੀ ਸੀ ਅਤੇ ਮੇਰੀਆਂ ਜਿਹੜੀਆਂ ਲੈਗ ਸੀ ਨਾ, ਉਹ ਸ਼ਿਵਰਿੰਗ ਹੋਣ ਡੀਆਂ ਸੀ ਕਿ ਮੇਰਾ ਮੇਰਾ ਫਸਟ ਸਕੂਲ ਆ ਅਤੇ ਮੇਰਾ ਫਸਟ ਪਰਫੋਰਮੈਂਸ ਹੈ ਅਤੇ ਮੈਂ ਕਿੱਦਾਂ ਕਰੂੰਗੀ। ਅਤੇ ਮੈਨੂੰ ਸਰ ਨੇ ਕਿਹਾ ਸੀ ਨਹੀਂ ਬੱਚੇ ਇੱਦਾਂ ਜਿਹੜਾ ਕੌਨਫੀਡੈਂਸ ਆ ਉਹਨੂੰ ਲੋ ਨਹੀਂ ਕਰੀਦਾ। ਅਤੇ ਜਦੋਂ ਉਹਨਾਂ ਨੇ ਮੈਨੂੰ ਸੈਕਿੰਡ ਟਾਈਮ ਸਟੇਜ 'ਤੇ ਚੜ੍ਹਾਇਆ ਉਦੋਂ ਮੈਨੂੰ ਬਿਲਕੁਲ ਡਰ ਨਹੀਂ ਲੱਗਾ। ਅਤੇ ਹੁਣ ਮੈਂ ਜਿੱਥੇ ਮਰਜ਼ੀ ਮੈਂ ਡੈਕਲਾਮੇਸ਼ਨਸ 'ਤੇ ਵੀ ਚਲੇ ਜਾਂਦੀ ਹਾਂ, ਬਟ ਕੁਝ ਵੀ ਫੀਲ ਨਹੀਂ ਹੁੰਦਾ ਕਿ ਇੱਦਾਂ ਵਾ। ਅਤੇ ਜਿਹੜੀ ਮੇਰੀ ਸੈਕਿੰਡ ਸਕਸੈਸ ਦਾ ਮੈਂ ਕ੍ਰੈਡਿਟ ਦਿੰਦੀ ਹਾਂ ਫਸਟ ਮੇਰੇ ਫਾਦਰ ਸਾਹਿਬ ਐਂਡ ਸੈਕਿੰਡ ਮੇਰੇ ਰਾਜਕੁਮਾਰ ਸਰ, ਬਿਕਾਜ਼ ਉਹਨਾਂ ਨੇ ਐਜ਼ ਅ ਚਾਈਲਡ ਮੈਨੂੰ ਗਾਈਡ ਕੀਤਾ ਹੈ
ਹਰ ਪ੍ਰੋਬਲਮ ਦੇ ਵਿੱਚ ਉਹਨਾਂ ਨੇ ਮੈਨੂੰ ਗਾਈਡ ਕੀਤਾ ਹੈ। ਆਈ ਫੀਲ ਵੈਰੀ ਪ੍ਰਾਊਡ ਆਫ ਮੀ because today I have won a prize. So basically ਕੀ ਆ ਕਿ ਜਿਹੜਾ ਸਕੂਲ ਹੈ, my school has provided me access to a more vibrant, up-to-date vernacular language and education, which was really never been the part of my life before. And I think my school is one in the world to have its own research curriculum activities. ਜਿਹੜੀ ਇੱਕ ਤੁਸੀਂ ਅੰਗਰੇਜ਼ੀ ਦੇ ਕਾਰਨ ਜਿਹੜੇ ਲੋਕਾਂ ਦੇ ਵਿੱਚ ਚਰਚਾ ਦੇ ਵਿੱਚ ਜੇ, ਔਰ ਬਹੁਤ ਸਾਰੀਆਂ ਸੋਸ਼ਲ ਮੀਡੀਆ ਦੇ ਉੱਤੇ ਤੁਹਾਡੀਆਂ ਜਿਹੜੀਆਂ ਉਹ ਅੰਗਰੇਜ਼ੀ ਦੇ ਵਿੱਚ ਬਹੁਤ ਸਾਰੀਆਂ ਵੀਡੀਓਜ਼ ਜਿਹੜੀਆਂ ਹੈਗੀਆਂ ਉਹ ਵੀ ਵਾਇਰਲ ਹੋਈਆਂ। ਔਰ ਮੈਂ ਵੀ ਕਹਾਂਗਾ ਕਿ ਅਗਰ ਤੁਸੀਂ ਕੋਈ ਮੈਸੇਜ ਵੀ ਦੇਣਾ ਚਾਹੋਗੇ ਤਾਂ ਮੈਂ ਕਹਿੰਦਾ ਕਿ ਤੁਸੀਂ ਜਰਾ ਵਾਕਈ ਹੀ ਪਤਾ ਲੱਗੇ ਕਿ ਕੁੜੀ ਸਰਕਾਰੀ ਸਕੂਲ ਦੀ ਹੈ ਔਰ ਫਰਾਟੇਦਾਰ ਅੰਗਰੇਜ਼ੀ ਦੇ ਨਾਲ ਜਿਹੜਾ ਲੋਕਾਂ ਨੂੰ ਮੈਸੇਜ ਦੇ ਰਹੀ ਹੈ। I think we all should prefer English as well as Punjabi, because English is a foreign language but Punjabi is our mother tongue. So basically ਕੀ ਹੈ ਕਿ ਸਾਨੂੰ ਜਿਹੜੀ ਪੰਜਾਬੀ ਉਹਨੂੰ ਭੁੱਲਣਾ ਨਹੀਂ ਚਾਹੀਦਾ, ਹਰ ਚੀਜ਼ ਭੁੱਲੀ ਨਹੀਂ ਜਾ ਰਹੀ। ਫਾਰ ਐਗਜ਼ਾਮਪਲ ਭੁੱਲਣ ਦੀ ਤਾਂ ਰੀਤ ਸਾਡੀ ਚੱਲਦੀ ਆ ਰਹੀ ਹੈ, ਬਿਕਾਜ਼ ਆਪਾਂ ਸਭ ਕੁਝ ਤੇ ਭੁੱਲੀ ਜਾ ਰਹੇ ਹਾਂ। ਜਿੱਦਾਂ ਅਸੀਂ ਪੰਜਾਬ ਵਿੱਚ ਰਹਿੰਦੇ, ਸਾਨੂੰ ਕੁਝ ਵੀ ਨਹੀਂ ਯਾਦ ਹੈ ਕਿਹੜੇ ਸਾਡੇ ਨਾਲ ਹੋਏ ਆ, ਜਿੰਨੇ ਵੀ ਆਪਾਂ ਸਿਨੈਰੀਓਜ਼ ਤੋਂ ਗਏ ਹੋਏ ਆ। ਸਾਡੇ ਜਿਹੜੇ ਜੋ ਵੀ ਆ, ਅਸੀਂ ਇੱਕ ਵਾਰ ਸਕੂਲ 'ਚ ਪਰਫੋਰਮੈਂਸ ਕੀਤੀ ਸੀ ਕੋਈ, ਅਤੇ ਉਹਦੇ ਵਿੱਚ ਕੀ ਹੋਇਆ ਸੀ, ਉਹਦੇ ਵਿੱਚ ਸਰ ਨੇ ਮੈਨੂੰ ਕਿਹਾ ਸੀ ਕਿ ਤੁਸੀਂ ਜਾਓ ਅਤੇ ਐਂਡ ਉੱਥੇ ਬੋਲੋ ਜਾ ਕੇ ਕਿ ਤੁਹਾਡੇ ਜਿਹੜੇ ਗੁਰੂਆਂ ਪੀਰਾਂ ਦੀ ਤੁਸੀਂ ਸਾਰਾ ਕੁਝ ਭੁੱਲੀ ਜਾਂਦੇ ਹੋ। ਅਤੇ ਉਹੀ ਸਾਰਾ ਐਕਸਪਲੇਨ ਕੀਤਾ ਹੋਇਆ ਸੀ ਕਿ ਜਿੰਨੀਆਂ ਚੀਜ਼ਾਂ ਉਦੋਂ ਹੋਈਆਂ ਸੀ ਨਾ, ਉਹ ਸਾਰੀਆਂ ਅਸੀਂ ਭੁੱਲ ਗਏ ਹਾਂ। ਅੱਜ ਤੁਸੀਂ ਮਾਡਰਨ ਸਟੂਡੈਂਟਸ ਕੋਲ ਪੁੱਛੋਗੇ ਨਾ ਕਿ ਦੱਸੋ ਬੱਚੇ ਉਦੋਂ ਕੀ ਹੋਇਆ ਸੀ, ਆਹ ਕੌਣ ਸੀ, ਉਹ ਕੌਣ ਸੀ, ਤਾਂ ਉਹ ਬਸ ਇੱਦਾਂ ਘੁੰਮਣ ਹੀ ਲੱਗ ਪਏਗਾ, ਉਹਨੂੰ ਪਤਾ ਨਹੀਂ ਲੱਗੇਗਾ ਕਿ ਕੀ ਪੁੱਛਣ ਦੇ ਆ। ਹਾਂਜੀ, ਮੈਂ ਚਾਹੁੰਦਾ ਵਾਂ ਕਿ ਕੁਛ ਦਰਸ਼ਕ ਜਿਹੜੇ ਹੈਗੇ ਸਾਡੇ ਮਾਂ ਬੋਲੀ ਨੂੰ ਬੜਾ ਪਿਆਰ ਕਰਦੇ ਨੇ ਔਰ ਖਾਸ ਕਰਕੇ ਆਪਣੇ ਸੱਭਿਆਚਾਰਕ ਦੇ ਨਾਲ ਜੁੜੇ ਨੇ, ਲੇਕਿਨ ਕੁਝ ਉਹਨਾਂ ਲੋਕਾਂ ਨੂੰ ਵੀ ਇੱਕ ਕੀ ਸੁਨੇਹਾ ਤੁਸੀਂ ਦਿਓਗੇ, ਚਾਹੇ ਅੰਗਰੇਜ਼ੀ ਵਿੱਚ ਹੀ ਅੱਜ ਦੇਣਾ ਪੈ ਜਾਵੇ, ਕਿ ਆਪਣੀ ਜਿਹੜੀ ਮਾਂ ਬੋਲੀ ਹੈਗੀ ਹੈ ਉਹ ਤੋਂ ਬਿਨਾਂ ਅਸੀਂ ਕੁਛ ਨਹੀਂ ਹੈ। ਅਗਰ ਅਸੀਂ ਬਾਹਰਲੀ ਕੰਟਰੀ ਦੇ ਵਿੱਚ ਜਾ ਕੇ ਵੀ ਰਹਿ ਰਹੇ ਹਾਂ ਅਤੇ ਲੇਕਿਨ ਸਾਡੀ ਜਿਹੜੀ ਪੰਜਾਬੀ ਮਾਂ ਬੋਲੀ ਹੈ ਉਹ ਸਾਡੇ ਵਾਸਤੇ ਨੰਬਰ 1 'ਤੇ ਹੈ। ਠੀਕ ਹੈ ਨਾ, ਕੀ ਕਹੋਗੇ ਤੁਸੀਂ? ਔਰ ਮੈਂ ਚਾਹਾਂਗਾ ਕਿ ਥੋੜ੍ਹਾ ਜਿਹਾ ਇਹ ਵੀ ਤੁਸੀਂ ਉਹਨਾਂ ਦਰਸ਼ਕਾਂ ਨੂੰ ਵੀ ਜਿਹੜੇ ਅੰਗਰੇਜ਼ੀ ਦੇ ਪਿੱਛੇ ਭੱਜੀ ਜਾਂਦੇ ਨੇ ਉਹਨਾਂ ਨੂੰ ਵੀ ਦਿਓ। ਨਹੀਂ ਸਰ, ਇੰਨਾ ਨਹੀਂ ਹੈਗਾ ਕਿ ਤੁਸੀਂ ਇੰਗਲਿਸ਼ ਦੇ ਪਿੱਛੇ ਭੱਜੀ ਜਾਣਾ, ਬਿਕਾਜ਼ ਇਟ ਇਜ਼ ਅ ਫੋਰਨ ਲੈਂਗੁਏਜ। ਇਹ ਨਾ ਨਹੀਂ ਆ, ਜਿੱਦਾਂ ਤੁਸੀਂ ਹੁਣ ਪੰਜਾਬੀ ਤੁਸੀਂ ਇੱਥੇ ਰਹਿ ਰਹੇ ਹੋ, ਅਤੇ ਬੇਸਿਕਲੀ ਪ੍ਰਾਈਵੇਟ ਸਕੂਲਸ 'ਚ ਕੀ ਹੁੰਦਾ ਆ ਕਿ ਜਿਹੜੇ ਬੱਚੇ ਹੁੰਦੇ ਆ ਉਹਨਾਂ ਨੂੰ ਮਨਾ ਕਰ ਦਿੱਤਾ ਜਾਂਦਾ ਹੈ ਕਿ ਨਾ ਤੁਸੀਂ ਹਿੰਦੀ ਪ੍ਰੈਫਰ ਕਰਨੀ ਹੈ, ਨਾ ਤੁਸੀਂ ਪੰਜਾਬੀ ਪ੍ਰੈਫਰ ਕਰਨੀ ਹੈ। ਯੂ ਸ਼ੁਡ ਓਨਲੀ ਪ੍ਰੈਫਰ ਇੰਗਲਿਸ਼, ਬਿਕਾਜ਼ ਇੰਗਲਿਸ਼ ਇਜ਼ ਅ ਫੋਰਨ ਲੈਂਗੁਏਜ। ਅਤੇ ਹੁਣ ਜੇ ਤੁਸੀਂ ਰਹਿੰਦੇ ਪੰਜਾਬ 'ਚ ਹੋ ਤਾਂ ਫਿਰ ਤੁਸੀਂ ਇੰਗਲਿਸ਼ ਕੀ ਕਰਨੀ ਆ? ਓਬਵੀਅਸਲੀ ਇਹੀ ਕੁਐਸਚਨ ਪੈਦਾ ਹੁੰਦਾ ਨਾ, ਕਿ ਇਹੀ ਕੁਐਸਚਨ ਜਨਰੇਟ ਹੁੰਦਾ ਹੈ ਕਿ ਜੇ ਤੁਸੀਂ ਰਹਿੰਦੇ ਪੰਜਾਬ 'ਚੋਂ ਤਾਂ ਫਿਰ ਤੁਹਾਨੂੰ ਪੰਜਾਬੀ ਹੀ ਪ੍ਰੈਫਰ ਕਰਨੀ ਪਵੇਗੀ। ਪਹਿਲਾਂ ਪੰਜਾਬੀ ਵੀ ਪ੍ਰੈਫਰ ਕਰੋ, ਉਹ ਸਾਡੀ ਮਾਂ ਬੋਲੀ, ਇੱਦਾਂ ਭੁੱਲਣਾ ਨਹੀਂ ਚਾਹੀਦਾ। ਜੇ ਆਪਾਂ ਨੋਰਮਲੀ ਦੇਖੀਏ, ਫੋਰਨ 'ਚ ਵੀ ਪੰਜਾਬੀ ਵਸੇ ਹੋਏ ਆ ਕਿੰਨੇ ਜ਼ਿਆਦਾ, ਅਤੇ ਕੈਨੇਡਾ ਲੈ ਲਓ, ਉੱਥੇ ਵੀ ਕਿੰਨੇ ਜ਼ਿਆਦਾ ਜਿਹੜੇ ਹੈਗੇ ਆ। ਅੱਜ ਕੱਲ੍ਹ ਅਸੀਂ ਸਾਰੇ ਹੀ ਉੱਥੇ ਜਾਈ ਜਾਂਦੇ ਹਾਂ। ਮੈਂ ਵੀ ਇਹੀ ਕਹਿੰਦੀ ਹਾਂ ਕਿ ਨਹੀਂ, ਇੱਥੇ ਜੋਬ ਨਹੀਂ ਹੈਗੀ, ਮੈਂ ਵੀ ਬਾਹਰ ਚਲ ਜਾਣਾ ਵਾ, ਮੈਨੂੰ ਨਹੀਂ ਚੰਗਾ ਲੱਗਦਾ ਇੱਥੇ। ਅਤੇ ਇੱਥੇ ਬੇਸਿਕਲੀ ਕੀ ਆ, ਪੰਜਾਬ 'ਚ ਬਹੁਤ ਕ੍ਰਾਈਮ ਆ, ਐਂਡ ਉਹਦੇ ਕਰਕੇ ਬਹੁਤ ਸਾਰੇ ਜਿਹੜੇ ਨੋਰਮਲੀ ਯੰਗ ਪੀਪਲ ਆ ਉਹ ਸਾਰੇ ਉੱਥੇ ਹੀ ਜਾਈ ਜਾਂਦੇ ਆ। ਅਡਲਟਸ ਜਿਹੜੇ ਆ ਬਹੁਤ ਹੀ ਘੱਟ ਆ, ਅਤੇ ਉਹ ਜਿਹੜੇ ਆ ਫੋਰਨ 'ਚ ਹੀ ਜਾਈ ਜਾਂਦੇ। ਬਟ ਇੱਦਾਂ ਨਹੀਂ ਕਰਨਾ ਚਾਹੀਦਾ ਕਿ ਸਾਨੂੰ ਪ੍ਰੈਫਰੈਂਸ ਜਿਹੜੀ ਸਾਰੀ ਦੀ ਸਾਰੀ ਇੰਗਲਿਸ਼ ਨੂੰ ਦੇ ਦੇਣੀ ਚਾਹੀਦੀ ਆ। ਇੰਗਲਿਸ਼ ਜੇ ਬਹੁਤ ਵਧੀਆ ਲੈਂਗੁਏਜ ਆ ਤਾਂ ਫਿਰ ਪੰਜਾਬੀ ਵੀ ਤਾਂ ਬਹੁਤ ਵਧੀਆ। ਪੰਜਾਬੀ ਸਾਡੀ ਮਾਂ ਬੋਲੀ, ਫਿਰ ਉਹਨੂੰ ਅਸੀਂ ਕਿਵੇਂ ਭੁੱਲ ਸਕਦੇ ਹਾਂ? ਅੱਜ ਕੱਲ੍ਹ ਅਸੀਂ ਦੇਖਦੇ ਹਾਂ ਕਿ ਖਾਸ ਕਰਕੇ ਬੱਚੇ ਬਾਹਰ ਜਾਣ ਵਾਸਤੇ ਆਈਲੈਟਸ ਜਾਂ ਕੁਛ ਇਸ ਤਰ੍ਹਾਂ ਦੀਆਂ ਪ੍ਰੋਵੀਜ਼ਨ ਨੂੰ ਨਾਲ ਲੈ ਕੇ, ਕਿਉਂਕਿ ਬਾਹਰਲੇ ਮੁਲਕਾਂ ਦੇ ਵਿੱਚ ਵੀ ਇਸ ਤਰ੍ਹਾਂ ਦੀ ਅਗਲੇ ਬੰਨੇ ਪ੍ਰੋਵੀਜ਼ਨ ਰੱਖੀ ਜਾਂਦੀ ਹੈ ਕਿ ਹਾਂ ਤੁਸੀਂ ਆਈਲੈਟਸ ਕੀਤੀ ਹੈ, ਤੁਹਾਡੇ ਬੈਂਡ ਕਿੰਨੇ ਨੇ ਜਾਂ ਕੁਛ ਹੈ। ਅਗਰ ਜਿਸ ਤਰ੍ਹਾਂ ਤੁਸੀਂ ਇੰਨੀ ਮਿਹਨਤ ਕਰਕੇ ਇੱਕ ਗਰੀਬ ਪਰਿਵਾਰ ਦੇ ਵਿੱਚ ਰਹਿ ਕੇ ਅਗਰ ਤੁਸੀਂ ਆਪਣੀ ਇੰਗਲਿਸ਼ ਬੋਲਣ ਦਾ ਜਾਂ ਸੁਣਨ ਦਾ ਜਾਂ ਸਮਝਣ ਦਾ ਇੱਕ ਰੁਤਬਾ ਜਿਹੜਾ ਹਾਸਲ ਕਰ ਰਹੇ ਜੇ, ਕਿ ਬੱਚਿਆਂ ਨੂੰ ਇਸ ਤਰੀਕੇ ਦੇ ਨਾਲ ਮਿਹਨਤ ਨਾਲ ਅੱਗੇ ਨਹੀਂ ਆਉਣਾ ਚਾਹੀਦਾ ਕਿ ਸਾਨੂੰ ਆਈਲੈਟਸ ਦੇ ਬੈਂਡਾਂ ਤੱਕ ਪਹੁੰਚਣਾ ਹੀ ਨਾ ਜਾਵੇ? ਹਾਂਜੀ, ਸੋ ਬੇਸਿਕਲੀ ਜਿਹੜੇ ਆਇਲਸ ਦੇ ਬੈਂਡਸ ਆ, ਪਹਿਲਾਂ ਤਾਂ ਅੱਧੀ ਮੋਸਟ ਆਫ ਜਿਹੜੀ ਸਾਡੀ ਐਮਬੈਜ਼ਲ ਆ ਉਹ ਗੇਨ ਕਰ ਲੈਂਦੇ ਆ। ਇਟ ਟੇਕਸ ਅ ਲੋਟ ਆਫ ਐਮਬੈਜ਼ਲ ਆਫ ਆਰ ਪੈਰੈਂਟਸ, ਐਂਡ basically the thing is that we are just going deeply in the IELTS because we all want to go in the foreign, and
Basically the thing is, one, when we go out of our home, we seek people, we work hard and we gain the money, we earn the embezzle. That is not the life. You go outside, you earn the money, you seek the new people, you become the sponge that absorb all the negativities from your life. On that time you will realize that what was the life. When you met the people, you live among that, and when you help the poor people, poor administration and terrible facilities, on that time you will realize that what was the life. Only earning money or embezzle is not a life. And you will realize this thing when you will be adult, because in adult age you are capable of earning money and embezzle. So I hope you all should opt good things for being a thriving one. What your next future plan? ਸਰ ਮੇਰਾ ਤੇ ਹਾਲੇ ਤੱਕ ਤਾਂ ਕੋਈ ਹੈ ਨਹੀਂ, ਬਿਕਾਜ਼ 10th ਤੱਕ ਤਾਂ ਜਿਹੜਾ ਹੈਗਾ ਉਹ ਡ੍ਰੀਮ ਸੈੱਟ ਹੋਣਾ ਹੀ ਚਾਹੀਦਾ ਆ। ਐਂਡ ਬੇਸਿਕਲੀ ਮੈਨੂੰ ਜਦੋਂ ਮੇਰੇ ਕੋਲ ਕੋਈ ਪੁੱਛਦਾ ਸੀ, ਮੇਰੇ ਫਾਦਰ ਸਾਹਿਬ ਪੁੱਛਦੇ, ਤੇ ਮੈਂ ਕਹਿ ਦਿੰਦੀ ਹਾਂ ਕਿ ਆਈ ਵਾਂਟ ਟੂ ਬਿਕਮ ਅ ਸਾਈਕੋਲੋਜਿਸਟ। ਅਤੇ ਉਹ ਮੇਰੇ ਕੋਲ ਜੇ ਕੋਈ ਮੇਰੇ ਫਰੈਂਡਸ ਵਗੈਰਾ ਰੀਜ਼ਨ ਪੁੱਛਦੇ, ਤਾਂ ਮੈਂ ਉਹਨਾਂ ਨੂੰ ਕਹਿ ਦਿੰਦੀ ਮੈਂ ਤੁਹਾਡਾ ਦਿਮਾਗ ਦੇਖ ਕੇ ਪੜ੍ਹਾਂਗੀ ਤੁਸੀਂ ਕੀ ਕਹਿ ਰਹੇ ਹੋ। ਬਟ ਉਹ ਫਿਰ ਵੀ ਕਦੀ ਕਦੀ ਹੱਸਣ ਲੱਗ ਪੈਂਦੇ, ਅਤੇ ਮੇਰੇ ਬ੍ਰਦਰ ਕਹਿੰਦੇ ਕਿ ਨਹੀਂ ਸਮਰੀਨ, ਉਹਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਸਟੱਡੀ ਕਰਨੀ ਪੈਂਦੀ ਹੈ, ਬਹੁਤ ਜ਼ਿਆਦਾ। ਬਟ ਮੈਨੂੰ ਇੱਦਾਂ ਲੱਗਦਾ ਕਿ ਜੋ ਮੈਂ ਕਰਨਾ ਚਾਹੁੰਦੀ, ਮੈਂ ਚਾਹੁੰਦੀ ਸੀ ਕਿ ਮੈਨੂੰ ਇੱਦਾਂ ਲੱਗਦਾ ਸੀ ਕਿ ਮੈਂ +2 ਤੋਂ ਬਾਅਦ ਜੋਬ ਲੈ ਲਾਂ, ਬਟ ਉਹ ਜਿਹੜਾ ਕਦੀ ਪੋਸੀਬਲ ਹੀ ਨਹੀਂ। ਬਿਕਾਜ਼ ਹੁਣ ਤਾਂ ਐਮ ਫਿਲ ਵਾਲੇ ਵੀ ਬਸ ਇੱਦਾਂ ਹੀ ਕਰਦੇ ਪਏ ਆ, ਛੋਟੀ ਮੋਟੀ ਜੋਬ ਕਰਦੇ ਪਏ, ਬਿਕਾਜ਼ ਜੋਬਸ ਨਹੀਂ ਮਿਲ ਰਹੀਆਂ। ਅਤੇ ਇਹੀ ਕਾਰਨ ਆ ਜੋਬਸ ਦਾ, ਜਿਹੜੇ ਬੱਚੇ ਆ ਉਹ ਆਇਲਸ ਕਰਕੇ ਬਸ ਫੋਰਨ ਜਾਈ ਜਾ ਰਹੇ ਆ। ਸਮਰੀਨ, ਆਪਾਂ ਗੱਲ ਕਰਦੇ ਹਾਂ ਕਿ ਤੁਹਾਡੀ ਫੈਮਿਲੀ ਦੇ ਵਿੱਚ ਵੀ ਤੁਹਾਡੇ ਫਾਦਰ ਸਾਹਿਬ ਨੇ, ਉਹ ਵੀ ਬੇਰੁਜ਼ਗਾਰ ਘਰ ਬੈਠੇ ਨੇ, ਠੀਕ ਹੈ, ਔਰ ਬ੍ਰਦਰ ਤੁਹਾਡੇ ਚਲੋ ਸਟੱਡੀ ਕਰ ਰਹੇ ਆ, ਅਤੇ ਤੁਹਾਡੇ ਜਿਹੜੇ ਦਾਦਾ ਜੀ ਨੇ ਉਹ ਵੀ ਘਰ 'ਚ ਹੀ ਹੁੰਦੇ ਆ, ਅਤੇ ਫਿਰ ਗੁਜ਼ਾਰਾ ਕਿਸ ਤਰ੍ਹਾਂ ਚੱਲਦਾ? ਉਹ Sir, basically the thing is what if you listen others, you will always be a lacrimose. And if you don't want to be lacrimose, leave them. They have the mouth to speak. So if someone have the mouth to speak, obviously he will speak. If you had two hands, you will use that now. You will always use in doing this and this. And basically, if someone has mouth, he has the right to speak. And today, no one seems that what we are speaking, because before earlier times everyone has the value of their tongue, because everyone knows that what he or she is speaking. But nowadays there is no value of tongue. No one assumes something before speaking something. They just know how to pretend something. They just know how to dedicate the people in the bad ways, poor ways, and so on. Basically what the people did, they only speak the offensive things about anyone. If for example, there is a big example of social media. So here, if a girl uploads her video, then everyone knows the comments. Everyone knows which type of comments she gets in the video, and I think it's not a good thing. And basically what I feel about that, and I always give preference to English as well as Punjabi, because I belongs to a Sikh family and it is most mandatory about doing this. And I feel very curious about Punjabi as well as English. And my family, I haven't feel that I am only one in the family who can speak English, because my brother also does the same. And my younger brother, he studies in the Millennium School. Is one of the biggest and very very beautiful school. And most of the things that basically the thing is that if me and my brothers have the wings, it is just because my father, because he always supported me and my brothers in every field. And I only want to say that I am very obliged to him. ਮੇਰਾ ਆਖਰੀ ਸਵਾਲ ਹੈ ਕਿ ਕੀ ਇੱਕ ਸੁਨੇਹਾ ਜਿਹੜਾ ਹੈਗਾ ਉਹਨਾਂ ਲੋਕਾਂ ਨੂੰ ਦਿਓਗੇ ਕਿ ਸਰਕਾਰੀ ਸਕੂਲ ਜਿਹੜੇ ਹੈਗੇ ਆ ਉਹ ਹਜੇ ਵੀ ਲੋਕਾਂ ਵਾਸਤੇ ਇੱਕ ਥੰਮ ਨੇ, ਕਿ ਜਿਹਦੇ ਵਿੱਚ ਅਗਰ ਬੱਚਾ ਅੱਛਾ ਕਰ ਰਿਹਾ ਤਾਂ ਉਹਨੂੰ ਵਜ਼ੀਫਾ ਮਿਲਦਾ, ਉਹਨੂੰ ਬੁੱਕਸ ਮਿਲਦੀਆਂ, ਉਹਨੂੰ ਯੂਨੀਫਾਰਮ ਮਿਲਦੀ ਹੈ, ਲੇਕਿਨ ਲਾਸਟ 'ਤੇ ਆ ਕੇ ਜਿਹੜਾ ਹੈਗਾ ਕਿ ਹਰ ਤਰ੍ਹਾਂ ਦੀ ਫੈਸਿਲਿਟੀ ਜਿਹੜੀ ਹੈ ਹੁਣ ਅਸੀਂ ਦੇਖ ਰਹੇ ਹਾਂ ਕਿ ਬਹੁਤ ਸਾਰੇ ਤੁਹਾਡੇ ਸਮਾਰਟ ਸਕੂਲ ਬਣ ਗਏ ਨੇ,
ਹੈ ਨਾ, ਹਰ ਇੱਕ ਤਰ੍ਹਾਂ ਦੀ ਉਹਦੇ 'ਚ ਤਕਨੀਕ ਜਿਹੜੀ ਹੈਗੀ ਹੈ ਤੁਹਾਨੂੰ ਜਿਹੜੀ ਹੈ ਸਿਖਾਈ ਜਾਂਦੀ ਹੈ। ਤੇ ਇੱਕ ਸਰਕਾਰੀ ਤੁਸੀਂ ਸਕੂਲ ਦੇ ਵਿੱਚ ਪੜ੍ਹਨ ਦੇ ਹੋਣ ਦੇ ਨਾਤੇ, ਇੱਕ ਸਰਕਾਰੀ ਸਟੂਡੈਂਟ ਹੋਣ ਦੇ ਨਾਤੇ ਕੀ ਤੁਸੀਂ ਕਹੋਗੇ? ਸਰ ਵੈਸੇ ਜਿਹੜੀ ਸਮਾਰਟ ਕਲਾਸਿਸ ਉਹ ਤਾਂ ਸਰਕਾਰੀ ਵੀ ਹੈਗੇ ਆ in the government schools are also are also having smart classes, and basically the thing is that we only needs the ambience, and basically if we heed the ambience of private school, then we study very well. And if we do not heed the ambience of private school, that means we are dull. It depends upon the brain of the students, that what he is doing, what she is doing, that is he capable for his studies. Even you have heeded that in the private schools some students are very slow learners, and basically if they come into the government school, then similarly we call them that they are coming from the private school, so hopefully they will be intelligent. It is the mandatory thing, and it is just a superstition or a myth that is gained or generated by ourselves, because only human beings are the important things, and human beings are the things that choose everything in the world. And basically what we are doing, we are just becoming, and we are just going deeply and deeply in the myths and superstitions of the world. ਥੈਂਕ ਯੂ ਸਮਰੀਨ। ਔਰ ਪੌਲੀ ਹੌਲੀ ਬਾਬਾ ਚੈਨਲ ਵੱਲੋਂ ਜਿਹੜੀਆਂ ਹੈਗੀਆਂ ਸਾਰੀ ਟੀਮ ਵੱਲੋਂ ਤੁਹਾਨੂੰ ਬਲੈਸਿੰਗ ਹੈ। ਔਰ ਕੀ ਕਹਿਣਾ ਚਾਹੋਗੇ ਤੁਸੀਂ, ਕਿਉਂਕਿ ਇਹ ਜਿਹੜਾ ਸਾਡਾ ਚੈਨਲ ਹੈ ਇਹ ਉਹਨਾਂ ਲੋਕਾਂ ਦੇ ਸਾਹਮਣੇ ਲੈ ਕੇ ਆਂਦਾ ਕਿ ਜਿਹੜੇ ਕੈਮਰੇ ਤੋਂ ਪਿੱਛੇ ਰਹਿ ਕੇ ਬਹੁਤ ਸਾਰੇ ਐਫਰਟ ਕਰਦੇ ਨੇ, ਲੇਕਿਨ ਉਹਨਾਂ ਨੂੰ ਅੱਗੇ ਲਿਆਉਣ ਵਾਲਾ ਕੋਈ ਨਹੀਂ ਹੈਗਾ। ਕੀ ਤੁਸੀਂ ਕਹੋਗੇ ਇਸ ਚੈਨਲ ਬਾਰੇ ਵੀ? Sir, वैसे I want to say thanks, and I'm very obliged to Bolly Holy Baba channel, and because you have given me a golden opportunity and a chance to speak about me, and it is I think I'm feeling very proud of me, because today I am feeling like that I'm capable of something, because I have remembered a teacher in my school. She told me, Samreen, tere palle kuch nahi hega. And till today I have remembered that thing. And when I'm sharing this thing on the social media, when I'll become something na, I'll go to that teacher and say, ma'am, you have told me that tere palle kuch nahi hega. And she told me in front of all the teachers and all of my friends, and on that day I feel too much offensive that why she have called me this thing. Because sometimes we didn't know what others and what the second person is feeling about that. Sometimes some students take it easy, and they doesn't matter what a teacher says, but some students, they matters what the teachers and what even the friend says. And basically ਉਹ ਗੱਲ ਮੇਰੇ ਬਹੁਤ ਜ਼ਿਆਦਾ ਲੱਗੀ ਸੀ, ਤੇ ਮੈਂ ਮੇਰੇ ਘਰ ਆਣ ਕੇ ਮੈਂ ਦੱਸਿਆ ਮੇਰੇ ਬ੍ਰਦਰ ਨੂੰ ਤੇ ਮੇਰੇ ਫਾਦਰ ਨੂੰ ਵੀ, ਬਟ ਉਹਨਾਂ ਨੇ ਮੈਨੂੰ ਕੁਝ ਕਿਹਾ ਨਹੀਂ, ਬਿਕਾਜ਼ ਦੇ ਸੀਮਸ ਚਿਲਡਰਨ ਇਜ਼ ਅ ਚਿਲਡਰਨ, ਐਂਡ ਵਾਟ ਇਟ ਸੀਮ ਦੈਟ ਕਿ ਕੋਈ ਗੱਲ ਨਹੀਂ ਆ, ਉੱਦਾਂ ਕਹਿ ਦਿੱਤਾ ਹੋਊਗਾ। ਬਟ ਜੇ ਉੱਦਾਂ ਕਿਹਾ ਤੇ ਕਿਹਾ ਕਿਉਂ? ਕੁਝ ਹੋਊਗਾ ਤੇ ਕਿਹਾ, ਤੇ ਓਬਵੀਅਸਲੀ ਜੇ ਮੈਂ ਵੀ ਮੈਮ ਨੂੰ ਕਿਹਾ ਤੇ ਕੁਝ ਹੋਊਗਾ ਤੇ ਕਿਹਾ। ਤੇ ਐਂਡ ਮੈਂ ਉਹ ਚੀਜ਼, I have the remnants of that thing. I have even reminded that date. It was 23rd of March 2019. And it was raining on that day. I have remembered everything, and I will told that teacher that, ma'am, you will ask me this thing on that day. I will do that. It is a dream of my life that I will do that. Yes. ਓਕੇ, ਥੈਂਕ ਯੂ ਵੈਰੀ ਮੱਚ ਸਮਰੀਨ, ਸਾਡੇ ਨਾਲ ਗੱਲ ਕਰਨ ਵਾਸਤੇ ਵੀ। ਇਹ ਸਨ ਸਮਰੀਨ ਕਿ ਸਰਕਾਰੀ ਸਕੂਲ ਦੇ ਵਿੱਚ ਜਿਹੜੀ ਹੈ ਸਟੂਡੈਂਟ ਨੇ ਅੱਜ ਕੱਲ੍ਹ ਜਿਹੜੀਆਂ ਹੈਗੀਆਂ ਸੋਸ਼ਲ ਮੀਡੀਆ ਦੇ ਉੱਤੇ, ਔਰ ਬਹੁਤ ਸਾਰੇ ਜਿਹੜੇ ਲੋਕ ਇਸ ਤਰ੍ਹਾਂ ਦੇ ਨੇ ਕਿ ਇਸ ਲੜਕੀ ਦੇ ਅੰਗਰੇਜ਼ੀ ਬੋਲਣ ਦੇ ਉੱਤੇ ਬਹੁਤ ਜਿਹੜੀ ਹੈ ਵਾਹ ਕਰ ਰਹੇ ਨੇ। ਔਰ ਅਸੀਂ ਵੀ ਕੋਸ਼ਿਸ਼ ਕੀਤੀ ਹੈ ਕਿ ਇਸ ਟੈਲੈਂਟ ਨੂੰ ਤੁਹਾਡੇ ਤੱਕ ਲੈ ਕੇ ਆਉਣ ਦੀ, ਕਿ ਦਰਸ਼ਕ ਜਿਹੜੇ ਹੈਗੇ ਆ ਉਹ ਵੀ ਇਹੋ ਜਿਹੀ ਮਿਹਨਤੀ ਲੜਕੀ ਨੂੰ ਦੇਖਣ। ਅਤੇ ਆਪਾਂ ਹੁਣ ਤੁਹਾਡੇ ਤੋਂ ਲੈਂਦੇ ਹਾਂ ਇਜਾਜ਼ਤ। ਅਤੇ ਤੁਸੀਂ ਇੱਕ ਚੀਜ਼ ਜ਼ਰੂਰ ਮੈਂ ਜਾਂਦੇ ਹਰ ਵਾਰੀ ਕਹਿਣਾ ਕਿ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ, ਲਾਈਕ ਦੇ ਕੇ ਔਰ ਕਮੈਂਟਸ ਦੇ ਕੇ, ਖਾਸ ਕਰਕੇ ਇਸ ਬੱਚੀ ਦੇ ਪ੍ਰਤੀ ਕਿ ਜੋ ਬੱਚੀ ਕਰ ਰਹੀ ਹੈ, ਜੋ ਉਹਦੀ ਸੋਚ ਹੈ, ਉਹ ਸੋਚ ਕਿੱਥੋਂ ਤੱਕ ਕਿੱਥੇ ਉਹਨੂੰ ਲੈ ਕੇ ਜਾਵੇਗੀ। ਮੈਂ ਚਾਹੁੰਦਾ ਕਿ ਤੁਹਾਡੀਆਂ ਜਿਹੜੀਆਂ ਬਲੈਸਿੰਗ ਹੈ ਉਹ ਵੀ ਇਸ ਬੇਟੀ ਦੇ ਨਾਲ ਜਿਹੜੀਆਂ ਹੋਣੀਆਂ ਚਾਹੀਦੀਆਂ, ਕਿਉਂਕਿ ਇਹਦਾ ਹੌਸਲਾ ਅੱਗੇ ਹੋਰ ਵੀ ਵਧੇ। ਕੈਮਰਾਮੈਨ ਸੰਦੀਪ ਸਿੰਘ ਦੇ ਨਾਲ ਸਵਿੰਦਰ ਸਿੰਘ, ਬੋਲੀ ਹੋਲੀ ਬਾਬਾ ਚੈਨਲ, ਅੰਮ੍ਰਿਤਸਰ।